ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਂ ਕੋ ਵਿਘਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਸੁਣੀ ਅਰਦਾਸ ਸੁਆਮੀ ਮੇਰੈ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ ਪੰਚ ਪਦੇ। ਮੋਹ ਕਟੰਬ ਮੋਹ ਸਭ ਕਾਰ, ਮੋਹ ਤੁਮ ਤਜੋ ਸਗਲ ਬੇਕਾਰ। ਮੋਹ ਅਰ ਭਰਮ ਤਜੋ ਤੁਮ ਵੀਰ, ਸਾਚ ਨਾਮ ਹਿਰਦੈ ਰਵੈ ਸਰੀਰ। ਰਹਾਉ ਸਚ ਨਾਮ ਜਾਂ ਨਵ ਨਿਤ ਪਾਈ, ਰੋਵੈ ਪੂਤ ਨਾ ਕਲਪੈ ਮਾਈ। ਏਤ ਮੋਹੇ ਡੁੱਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਏਤ ਮੋਹੇ ਫਿਰ ਜੂਨੀ ਪਾਹੇ, ਮੋਹੇ ਲਾਗਾ ਜੰਪੁਰ ਜਾਹੇ। ਗੁਰ ਦੀਖਿਆ ਲੈ ਜਪ ਤਪ ਕਮਾਵਹਿ, ਨਾ ਮੋਹ ਟੂਟੈ ਨਾ ਥਾਏ ਪਾਹੇ। ਨਾਦਰ ਕਰੇ ਤਾਂ ਇਹ ਮੋਹ ਜਾਏ, ਨਾਨਕ ਹਰਿ ਸਿਉ ਰਹੈ ਸਮਾਏ। ਨਾਦਰ ਕਰੇ ਤਾਂ ਇਹੋ ਮੋਹ ਜਾਏ, ਨਾਨਕ ਹਰਿ ਸਿਉ ਰਹੈ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਬਾਣੀ ਦੁਆਰਾ ਜੀਵਨ ਨੂੰ ਸੋਝੀ ਆਉਂਦੀ ਹੈ ਇਸ ਮਨੁੱਖ ਨੂੰ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਸਾ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ ਹੈ। ਪੰਜ ਪਦੇ, ਪੰਜ ਪਦਿਆਂ ਵਾਲੇ ਸ਼ਬਦ। ਇਸ ਦੇ ਥੱਲੇ ਪੰਜ ਪਦੇ ਦੇ ਦੂਆ ਲਿਖਿਆ ਹੋਇਆ ਹੈ, ਦੋ ਸ਼ਬਦ ਆਉਣਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਮੋਹ ਬਾਰੇ ਸਮਝਾ ਰਹੇ ਹਨ ਕਿ ਮੋਹ ਕੁਟੰਬ ਮੋਹ ਸਭ ਕਾਰ, ਮੋਹ ਤੁਮ ਤਜੋ ਸਗਲ ਵਿਕਾਰ। ਇਸ ਬਾਰੇ ਸਮਝਾ ਰਹੇ ਹਨ ਕਿ ਜਦੋਂ ਵੀ ਕੋਈ
ਬਾਣੀ ਉਚਾਰਨ ਦੀ ਲੋੜ ਪੈਂਦੀ ਸੀ। ਉਸੇ ਸਮੇਂ ਉਸ ਬੋਲੀ ਦੇ ਮੁਤਾਬਕ ਸਮਝਾਉਂਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੰਗਲ ਵਿੱਚੋਂ ਲੰਘ ਰਹੇ ਸਨ ਤੇ ਜਦੋਂ ਜੰਗਲ ਦੇ ਵਿੱਚ ਖੇਤਾਂ ਦੇ ਵਿੱਚ ਦੀ ਲੰਘ ਰਹੇ ਸਨ, ਉੱਥੇ ਮਣੇ ਦੇ ਉੱਪਰ ਬੈਠਾ ਇੱਕ ਜ਼ਿਮੀਂਦਾਰ ਆਦਮੀ ਆਪ ਦੇ ਖੇਤ ਦੀ ਰਾਖੀ ਕਰ ਰਿਹਾ ਸੀ ਤੇ ਪਰਮੇਸ਼ਰ ਨੂੰ ਗਾਲਾਂ ਵੀ ਦੇ ਰਿਹਾ ਸੀ, ਅਕਾਲ ਪੁਰਖ ਵਾਹਿਗੁਰੂ ਨੂੰ। ਸਤਿਗੁਰਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਬਾਲੇ ਨੂੰ ਭੇਜ ਕੇ ਉਸ ਜ਼ਿਮੀਂਦਾਰ ਨੂੰ ਆਪਣੇ ਕੋਲ ਬੁਲਾਇਆ ਤੇ ਜ਼ਿਮੀਂਦਾਰ ਨੂੰ ਪੁੱਛਿਆ ਕਿ ਇਹ ਭਾਈ, ਪਰਮੇਸ਼ਰ ਨੂੰ ਗਾਲਾਂ ਕਿਉਂ ਕੱਢ ਰਿਹਾ ਹੈ? ਤਾਂ ਜ਼ਿਮੀਂਦਾਰ ਨੇ ਕਿਹਾ ਕਿ ਉਸ ਰੱਬ ਨੇ ਮੇਰੇ ਸਾਰੇ ਪੁੱਤਰ ਮਾਰ ਦਿੱਤੇ ਹਨ, ਇਕੱਲਾ ਮੈਂ ਹੀ ਤੇ ਮੇਰੇ ਘਰ ਵਾਲੀ ਦੋਵੇਂ ਰਹਿ ਗਏ ਹਾਂ ਦੁੱਖ ਭੋਗਣ ਵਾਸਤੇ। ਕਹਿਣ ਲੱਗਿਆ, ਰੱਬ ਨੇ ਮੇਰੇ ਪਾਸ ਕੁਝ ਵੀ ਰਹਿਣ ਨਹੀਂ ਦਿੱਤਾ, ਜੋ ਮੇਰੇ ਬੱਚੇ ਸਨ ਉਹ ਖੋਹ ਲਏ ਹਨ। ਜ਼ਿਮੀਂਦਾਰ ਕਹਿਣ ਲੱਗਿਆ, ਇਸ ਲਈ ਮੈਂ ਗਾਲਾਂ ਹੀ ਕੱਢਾਂਗਾ, ਹੋਰ ਕੀ ਕਹਾਂਗਾ ਰੱਬ ਨੂੰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜੇਕਰ ਕਰਤਾਰ ਦੇ ਪਾਸੋਂ ਤੈਨੂੰ 2000 ਰੁਪਏ ਦਵਾ ਦੇਈਏ ਤੇ ਸਾਨੂੰ ਆਪਣੇ ਦੋਵੇਂ ਪੈਰ ਦੇਣਾ ਕਰ, ਪੈਰ ਭੇਟਾ ਕਰਨ, ਪੈਰ ਕੱਟ ਕੇ ਦੇਣਾ ਕਰ। ਕਹਿੰਦਾ, ਨਾ ਜੀ, ਫਿਰ ਮੈਂ ਤੁਰਿਆ ਕਿਵੇਂ ਕਰਾਂਗਾ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕਿ ਆਪਣੇ ਹੱਥ ਦੇ ਦੇ, ਅਸੀਂ ਤੈਨੂੰ ਪਰਮੇਸ਼ਰ ਕੋਲੋਂ 4000 ਰੁਪਇਆ ਦਵਾ ਦਿੰਦੇ ਹਾਂ। ਜ਼ਿਮੀਂਦਾਰ ਫਿਰ ਕਹਿੰਦਾ ਕਿ ਮਹਾਰਾਜ, ਫਿਰ ਮੈਂ ਖਾਇਆ ਕਿਵੇਂ ਕਰਾਂਗਾ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਿ ਤੈਨੂੰ ਪਰਮੇਸ਼ਰ ਤੋਂ 5000 ਰੁਪਇਆ ਦਵਾ ਦਿੰਦੇ ਹਾਂ, ਤੂੰ ਆਪਣੀ ਜਵਾਨ ਕੱਟ ਕੇ ਦੇ ਦੇ। ਕਿਉਂ ਦਿੱਤੀ ਤਾਂ ਪਰਮੇਸ਼ਰ ਨੇ ਹੀ ਹੈ, ਵਾਪਸੀ ਮੋੜਨੀ ਹੈ, ਕਿ ਇਹ ਜਵਾਨ ਕੱਟ ਕੇ ਦੇ ਦੇ। ਜ਼ਿਮੀਂਦਾਰ ਨੇ ਕਿਹਾ ਕਿ ਮਹਾਰਾਜ ਫਿਰ ਬੋਲਾਂਗਾ ਕਿਵੇਂ। ਸਤਿਗੁਰਾਂ ਨੇ ਕਿਹਾ ਕਿ ਫਿਰ ਤੈਨੂੰ ਕਰਤਾਰ ਕੋਲੋਂ 1 ਲੱਖ ਰੁਪਇਆ ਦਵਾ ਦਿੰਦੇ ਹਾਂ ਤੇ ਤੂੰ ਆਪਣੀਆਂ ਅੱਖਾਂ ਸਾਨੂੰ ਦੇਣਾ ਕਰ। ਜ਼ਿਮੀਂਦਾਰ ਨੇ ਕਿਹਾ ਕਿ ਮਹਾਰਾਜ, ਅੱਖਾਂ ਗਈਆਂ ਤਾਂ ਜਹਾਨ ਗਿਆ, ਫਿਰ ਮੈਂ ਵੇਖਾਂਗਾ ਕਿਵੇਂ। ਫਿਰ ਸਤਿਗੁਰੂ ਨੇ ਕਿਹਾ ਕਿ ਚੱਲ, ਤੈਨੂੰ ਪਰਮੇਸ਼ਰ ਪਾਸੋਂ 1 ਕਰੋੜ ਰੁਪਇਆ ਦਵਾ ਦਿੰਦੇ ਹਾਂ, ਪਰ ਇਹਨਾਂ ਦੇ ਬਦਲੇ ਤੈਨੂੰ ਆਪਣਾ ਸੀਸ ਸਿਰ ਪਰਮੇਸ਼ਰ ਦੇ ਅੱਗੇ ਭੇਟਾ ਕਰਨਾ ਪਵੇਗਾ। ਕਹਿਣ ਲੱਗਿਆ, ਮਹਾਰਾਜ, ਸਿਰ ਦੇ ਕੇ ਤਾਂ ਮੈਂ ਜਿਉਂਦਾ ਹੀ ਨਹੀਂ ਰਹਾਂਗਾ, ਮੇਰੀ ਪਤਨੀ ਮੇਰੀ ਮੌਤ ਤੋਂ ਰੋਂਦੀ ਰੋਂਦੀ ਮਰ ਜਾਏਗੀ, ਜਦੋਂ ਮੈਂ ਸਿਰ ਭੇਟਾ ਕਰ ਦਿੱਤਾ ਮਰ ਜਾਵਾਂਗਾ। ਫਿਰ ਤੁਹਾਡੇ 1 ਕਰੋੜ ਨੂੰ ਕੀ ਕਰਾਂਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਇਤਨਾ ਕੁਝ ਤਾਂ ਪਰਮਾਤਮਾ ਨੇ ਤੈਨੂੰ ਦਿੱਤਾ ਹੈ, ਫਿਰ ਉਸ ਨੂੰ ਗਾਲਾਂ ਕਿਉਂ ਕੱਢਦਾ ਹੈ। ਸਗੋਂ ਉਸ ਦਾ ਕੀਰਤਨ ਜਾਸ ਕਰਿਆ ਕਰ। ਇਉਂ ਉਪਦੇਸ਼ ਦੇ ਕੇ ਸਤਿਗੁਰੂ ਜੀ ਅਗਾਂਹ ਜੀਵਾਂ ਦੀ ਕਲਿਆਣ ਕਰਨ ਲਈ ਚਲੇ ਗਏ। ਕਹਿਣ ਲੱਗੇ, ਉਸ ਪਰਮੇਸ਼ਰ ਦਾ ਜਸ ਵਡਿਆਈ ਕੀਰਤੀ ਸਿਫਤ ਸਲਾਹ ਕਰਿਆ ਕਰ। ਜਦੋਂ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਹੈ, ਇੰਨੇ ਸੋਹਣੇ ਅੰਗ ਪੈਰ ਦਿੱਤੇ ਹਨ, ਫਿਰ ਤੂੰ ਉਸ ਦਾ ਜਸ ਗਾਇਆ ਕਰ। ਉਪਦੇਸ਼ ਦੇ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਜੀਵਾਂ ਦੀ ਕਲਿਆਣ ਕਰਨ ਲਈ ਚਲੇ ਗਏ। ਸਮਾਂ ਪਾ ਕੇ ਕੁਝ ਸਮੇਂ ਬਾਅਦ ਇਸ ਜ਼ਿਮੀਂਦਾਰ ਦੇ ਘਰ ਪੁੱਤਰ ਪੈਦਾ ਹੋ ਗਿਆ, ਪਰਿਵਾਰ ਵਾਲਾ ਬਣ ਗਿਆ ਇਹ ਜ਼ਿਮੀਂਦਾਰ। ਜਦੋਂ ਢਲਦੀ ਉਮਰ ਬਿਰਧ ਅਵਸਥਾ ਆਈ ਤਾਂ ਮਨ ਵਿੱਚ ਕਲਪਨਾ ਬਹੁਤ ਕਰਿਆ ਕਰੇ, ਮਨ ਦੇ ਵਿੱਚ ਬੜੀ ਕਲਪਨਾ ਕਰਿਆ ਕਰੇ। ਉਧਰ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੀਵਾਂ ਦੀ ਕਲਿਆਣ ਕਰਦੇ ਹੋਏ ਇਸ ਦੇ ਕੋਲ ਆਏ ਤੇ ਆ ਕੇ ਕਿਹਾ, ਹੈ ਭਾਈ,
ਕਲਪਨਾ ਨੂੰ ਛੱਡ ਕੇ ਭਜਨ ਸਿਮਰਨ ਕਰਿਆ ਕਰ। ਤੇਰੀ ਕਲਿਆਣ ਕਰ ਦਈਏ, ਤੇਰੀ ਕਲਿਆਣ ਕਰਨ ਵਾਸਤੇ ਆਏ ਹਾਂ, ਤੇਰੀ ਕਲਿਆਣ ਕਰ ਦਈਏ, ਤੂੰ ਭਜਨ ਸਿਮਰਨ ਕਰਿਆ ਕਰ। ਕਹਿਣ ਲੱਗਿਆ ਮਹਾਰਾਜ ਫਿਰ ਘਰ ਦਾ ਕੰਮ ਕਾਜ ਕੌਣ ਕਰੇਗਾ ਜੇ ਮੈਂ ਭਜਨ ਸਿਮਰਨ ਦੇ ਵਿੱਚ ਬੈਠ ਗਿਆ? ਮੇਰਾ ਪੁੱਤਰ ਤਾਂ ਕੁਝ ਵੀ ਨਹੀਂ ਕਰਦਾ, ਫਿਰ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ? ਮੈਨੂੰ ਕਲਿਆਣ ਨਹੀਂ ਚਾਹੀਦੀ ਕਿ ਮੈਨੂੰ ਆਪਦੇ ਘਰ ਦਾ ਮੋਹ ਹੈ, ਇਸ ਕਰਕੇ ਮੈਂ ਇਸ ਦਾ ਕੰਮਕਾਰ ਕਰਾਂਗਾ। ਸਤਿਗੁਰਾਂ ਨੇ ਕਿਹਾ ਕਿ ਭਾਈ ਮੋਹ ਬੜਾ ਪ੍ਰਬਲ ਹੈ। ਇਉਂ ਆਖ ਕੇ ਚਲੇ ਗਏ ਕਿ ਮੋਹ ਬੜਾ ਪ੍ਰਬਲ ਹੈ। ਕੁਝ ਚਿਰ ਮਗਰੋਂ ਇਹ ਬਜ਼ੁਰਗ ਚੜ੍ਹਾਈਆਂ ਕਰ ਗਿਆ ਤੇ ਘਰ ਵਿੱਚ ਇੱਕ ਬਲਦ ਬਿਮਾਰ ਸੀ। ਜਦੋਂ ਚੜ੍ਹਾਈਆਂ ਕਰਨ ਲੱਗਿਆ, ਮੌਤ ਹੋਣ ਵਾਲੀ ਸੀ ਤੇ ਇਹ ਘਰ ਦੇ ਅੰਦਰ ਇੱਕ ਬਲਦ ਬਿਮਾਰ ਹੋ ਗਿਆ ਸੀ। ਉਸ ਵਿੱਚ ਸੁਰਤੀ ਲੱਗੀ ਰਹੀ ਇਸ ਬਜ਼ੁਰਗ ਦੀ, ਕਿਸਾਨ ਦੀ, ਕਿ ਜੇ ਇਹ ਬਲਦ ਮਰ ਗਿਆ ਕਮਾਈ ਕਿਵੇਂ ਕਰਾਂਗੇ? ਪਹਿਲਾਂ ਇਹ ਬਲਦ ਕਿੰਨੇ ਪੈਸਿਆਂ ਦਾ ਜਾਏਗਾ ਤੇ ਹੋਰ ਖਰੀਦ ਕੇ ਲਿਆਉਣਾ ਪਵੇਗਾ। ਜਦੋਂ ਇਸ ਦੀ ਸੁਰਤੀ ਉਸ ਬਲਦ ਦੇ ਵਿੱਚ ਲੱਗ ਗਈ, ਜਿਸ ਕਰਕੇ ਆਪਣੇ ਘਰ ਵਿੱਚ ਹੀ ਗਊ ਦਾ ਬੱਚਾ ਬਣ ਕੇ ਜੰਮ ਪਿਆ। ਮੌਤ ਹੋਣ ਤੋਂ ਬਾਅਦ ਤੇ 2-3 ਸਾਲਾਂ ਬਾਅਦ ਜਦੋਂ ਥੋੜ੍ਹਾ ਵੱਡਾ ਹੋਇਆ ਤਾਂ ਉਸ ਵੇਲੇ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਕੋਲ ਆਏ। 2-2.5 ਸਾਲ ਦਾ ਜੋੜਨ ਵਾਲਾ ਹੋ ਗਿਆ ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਕੋਲ ਆਏ ਤੇ ਇਸ ਦੇ ਪੁੱਤਰਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਸਤਿਗੁਰਾਂ ਨੇ ਪੁੱਛਿਆ ਕਿ ਤੁਹਾਡਾ ਬਜ਼ੁਰਗ ਕਿੱਥੇ ਹੈ? ਉਸ ਨੂੰ 2 ਵਾਰੀ ਮਿਲ ਕੇ ਗਏ ਹਾਂ। ਉਹਦੇ ਪੁੱਤਰ ਕਹਿਣ ਲੱਗੇ ਕਿ ਉਸ ਤਾਂ 2-3 ਸਾਲ ਪਹਿਲਾਂ ਹੀ ਗੁਜ਼ਰ ਚੁੱਕੇ ਹਨ ਮਹਾਰਾਜ। ਉਸ ਵਕਤ ਸਤਿਗੁਰਾਂ ਨੇ ਦਿਵ ਦ੍ਰਿਸ਼ਟੀ ਨਾਲ ਦੇਖਿਆ ਕਿ ਉਹ ਤਾਂ ਬੈਲ ਬਣਿਆ ਪਿਆ ਹੈ, ਬਲਦ ਬਣਿਆ ਪਿਆ ਹੈ। ਗੁਰੂ ਜੀ ਨੇ ਇਸ ਦੀ ਸੁਰਤ ਨੂੰ ਜਗਾ ਕੇ ਕਿਹਾ ਕਿ ਤੈਨੂੰ ਹੁਣ ਮੁਕਤ ਕਰ ਦਿੰਦੇ ਹਾਂ, ਹੁਣ ਮੁਕਤ ਕਰ ਦਈਏ ਤੇ ਹੁਣ ਤਾਂ ਮਨੁੱਖਾ ਜੂਨੀ ਤੋਂ ਬਲਦ ਜੂਨੀ ਦੇ ਵਿੱਚ ਆ ਗਿਆ, ਇੱਥੇ ਮੁਕਤੀ ਕਰਾ ਲੈ। ਤਾਂ ਉਸ ਬਲਦ ਬਣੇ ਬਜ਼ੁਰਗ ਨੇ ਕਿਹਾ, ਸਿਰ ਹਿਲਾ ਦਿੱਤਾ, ਸਿਰ ਹਿਲਾ ਕੇ ਕਿਹਾ ਕਿ ਨਹੀਂ ਮਹਾਰਾਜ, ਜੇਕਰ ਮੈਂ ਮਰ ਗਿਆ ਮੇਰੀ ਮੁਕਤੀ ਕਰੋਗੇ, ਮੈਂ ਮਰੂੰਗਾ। ਜੇ ਮਰ ਗਿਆ ਤਾਂ 400 ਰੁਪਈਆ ਮੇਰਾ ਮੁੱਲ ਹੈ ਤੇ 400-500 ਦਾ ਹੋਰ ਇਹਨਾਂ ਨੂੰ ਹੋਰ ਬਲਦ ਖਰੀਦਣਾ ਪਵੇਗਾ। ਜਦੋਂ ਇਹ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਗੁਰੂ ਨਾਨਕ ਦੇਵ ਮਹਾਰਾਜ ਜੀ ਫੇਰ ਗਾਹਾਂ ਚਲੇ ਗਏ ਕਿ ਫੇਰ ਕਲਿਆਣ ਕਰਾਂਗੇ, ਕਲਿਆਣ ਇਸ ਦੀ ਕਰਾਂਗੇ, ਪਰ ਫੇਰ ਕਰਾਂਗੇ। ਕੁਝ ਸਮੇਂ ਬਾਅਦ ਬਲਦ ਬਣਿਆ ਹੋਇਆ ਵੀ ਮਰ ਗਿਆ, ਕਿਉਂਕਿ ਬਲਦ ਦੀ ਉਮਰ ਛੋਟੀ ਹੁੰਦੀ ਹੈ। ਇਹ ਵੀ ਮਰ ਗਿਆ। ਉਸ ਤੋਂ ਬਾਅਦ ਕੁੱਤਾ ਬਣ ਕੇ ਇਹਨਾਂ ਆਪਣੇ ਪੁੱਤਰਾਂ ਦੇ ਘਰ ਦੀ ਰਾਖੀ ਕਰਨ ਲੱਗ ਪਿਆ। ਗੁਰੂ ਜੀ ਫੇਰ ਇਸ ਕੋਲ ਆਏ ਤੇ ਪਛਾਣ ਕੇ ਕਿਹਾ ਕਿ ਹੁਣ ਤੈਨੂੰ ਮੁਕਤ ਕਰ ਦੇਈਏ। ਕੁੱਤਾ ਬਣਿਆ ਵੀ ਕਹਿਣ ਲੱਗਿਆ, ਸਿਰ ਹਿਲਾ ਕੇ ਕਹਿੰਦਾ ਹੈ, ਮਹਾਰਾਜ ਜੀ ਮੇਰੇ ਪੁੱਤਰ ਨੂੰਹਾਂ ਪੋਤੇ ਆਦਿਕ ਸਾਰੇ ਰਾਤ ਨੂੰ ਸੁੱਤੇ ਰਹਿੰਦੇ ਹਨ, ਘਰ ਦੀ ਕੋਈ ਰਾਖੀ ਨਹੀਂ ਕਰਦੇ ਤੇ ਮੈਂ ਸਾਰੀ ਰਾਤ ਇਹਨਾਂ ਦੀ ਰਾਖੀ ਕਰਦਾ ਹਾਂ। ਜੇਕਰ ਮੇਰੀ ਮੁਕਤੀ ਕਰ ਦਿੱਤੀ ਤਾਂ ਚੋਰ ਸਮਾਨ ਆਦਿਕ ਚੋਰੀ ਕਰਕੇ ਲੈ ਜਾਣਗੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਇਸ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਕਿ ਚਲੋ ਅੱਗੇ ਚੱਲੀਏ, ਇਹ ਨਹੀਂ ਮੁਕਤੀ ਭਾਲਦਾ। ਕੁਝ ਚਿਰ ਮਗਰੋਂ ਕੁੱਤੇ ਦਾ ਸਰੀਰ ਵੀ ਛੱਡ ਕੇ ਸੱਪ ਦੀ ਜੂਨ ਵਿੱਚ ਪੈ ਗਿਆ ਤੇ ਉਸੇ ਘਰ ਦੀ ਛੱਤ ਵਿੱਚ ਸਧੀਰਾਂ ਵਿੱਚ ਰਹਿਣ ਲੱਗ ਪਿਆ। ਉਸੇ ਕਮਰੇ ਵਿੱਚ ਉਸ ਦਾ ਪੋਤਰਾ ਭਲੂੰਗੜੇ ਵਿੱਚ ਪਿਆ ਹੋਇਆ ਖੇਡ ਰਿਹਾ ਸੀ। ਖੇਡਦਾ ਖੇਡਦਾ ਜਦੋਂ ਰੋਣ ਲੱਗ ਪਿਆ, ਪਰਿਵਾਰ ਦਾ ਕੋਈ ਜੀਅ ਉਸ ਦੇ ਕੋਲ ਨਹੀਂ ਸੀ ਤੇ ਜਦੋਂ ਰੋਣ ਲੱਗ ਗਿਆ, ਮੋਹ ਦਾ ਮਾਰਿਆ ਹੋਇਆ ਆਪਣੇ ਪੋਤੇ ਕੋਲ ਆਇਆ ਤਾਂ ਪਰਿਵਾਰ ਵਾਲਿਆਂ ਨੇ ਵੇਖ ਕੇ ਇਸ ਨੂੰ ਮਾਰ ਦਿੱਤਾ ਕਿ ਸੱਪ ਆ ਗਿਆ ਹੈ, ਬੱਚੇ ਨੂੰ ਖਾ ਗਿਆ ਸੀ।
ਜਦੋਂ ਮਾਰ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਗੰਦੀ ਨਾਲੀ ਦਾ ਕੀੜਾ ਬਣ ਕੇ ਰਹਿਣ ਲੱਗ ਪਿਆ ਉਸੇ ਘਰ ਵਿੱਚ। ਉਸੇ ਬੱਚਿਆਂ ਦਾ ਮਲ ਮੂਤਰ ਜਿਹੜੀ ਨਾਲੀ ਵਿੱਚ ਜਾਂਦਾ ਸੀ ਉਸੇ ਨਾਲੀ ਦਾ ਕੀੜਾ ਬਣ ਕੇ ਰਹਿਣ ਲੱਗ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਫੇਰ ਕੋਲ ਆਏ ਉਸ ਦੇ। ਇਸ ਦੀ ਬੁਰੀ ਹਾਲਤ ਦੇਖ ਕੇ, ਗੰਦੀ ਨਾਲੀ ਦਾ ਕੀੜਾ ਬਣਿਆ ਦੇਖ ਕੇ ਮਰਦਾਨੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਮਰਦਾਨਿਆ ਇਸ ਕੀੜੇ ਨੂੰ ਬਾਹਰ ਕੱਢ ਦਿਓ। ਭਾਵ ਮਰਦਾਨੇ ਨੇ ਬਚਨ ਮੰਨ ਕੇ ਉਸ ਕੀੜੇ ਨੂੰ ਬਾਹਰ ਕੱਢ ਲਿਆਂਦਾ। ਗੁਰੂ ਜੀ ਨੇ ਕਿਹਾ ਕਿ ਮੋਹ ਦੇ ਮਾਰੇ ਨੇ ਇਤਨੇ ਜਨਮ ਧਾਰੇ ਹਨ, ਹੁਣ ਤੇਰੀ ਮੁਕਤੀ ਕਰ ਦੇਈਏ। ਤਾਂ ਉਸਨੇ ਰੋ ਰੋ ਕੇ ਕਿਹਾ ਕਿ ਮਹਾਰਾਜ ਮੈਂ ਦੁਖੀ ਹਾਂ, ਤੁਸੀਂ ਕਿਰਪਾ ਕਰਕੇ ਮੇਰੀ ਮੁਕਤੀ ਕਰ ਦਿਓ। ਉਸ ਵਕਤ ਸਤਿਗੁਰਾਂ ਨੇ ਸਰਬ ਸਾਂਝਾ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਸ ਦੇ ਕਈ ਜਨਮਾਂ ਦੇ ਭਟਕਦੇ ਹੋਏ ਦੀ ਮੁਕਤੀ ਕੀਤੀ। ਕਹਿਣ ਲੱਗੇ ਮੋਹ ਕਟਾਂਬ ਮੋਹ ਸਭ ਘਾਰ, ਹੇ ਭਾਈ ਜੋ ਇਸਤਰੀ ਪੁੱਤਰਾਂ ਆਦਿਕ ਪਰਿਵਾਰ ਦਾ ਮੋਹ ਹੈ, ਸਨੇਹ ਹੈ, ਇਹ ਮੋਹ ਸਨੇਹ ਸਾਰਿਆਂ ਦੇ ਮੂੰਹ ਨੂੰ ਕਾਲਖ ਲਾਉਣ ਵਾਲਾ ਹੈ। ਕਿਉਂਕਿ ਜਦੋਂ ਇੱਥੇ ਮੋਹ ਦੇ ਵਿੱਚ ਭਜਨ ਸਿਮਰਨ ਨਹੀਂ ਕਰਦਾ ਤੇ ਮੋਹ ਦੇ ਵਿੱਚ ਪਰਿਵਾਰ ਦੇ ਵਿੱਚ ਫਸਿਆ ਰਹਿੰਦਾ ਹੈ, ਫਿਰ ਉੱਥੇ ਪਰਮੇਸ਼ਰ ਕੋਲ ਜਾਂਦੇ ਦੇ ਕਾਲਖ ਲੱਗਦੀ ਹੈ। ਇਸ ਕਰਕੇ ਮੋਹ ਤੁਮ ਤਜੋ ਸਗਲ ਵਿਕਾਰ, ਇਸ ਕਰਕੇ ਇਹ ਭਾਈ ਤੁਸੀਂ ਮੋਹ ਨੂੰ ਸਨੇਹ ਨੂੰ ਤਿਆਗਣਾ ਕਰੋ, ਛੱਡਣਾ ਕਰੋ, ਕਿਉਂਕਿ ਇਹ ਸਗਲ ਸਾਰੀਆਂ ਬੇਕਾਰ ਖੋਟੀਆਂ ਕਾਰਾਂ ਨੂੰ ਪੈਦਾ ਕਰਦਾ ਹੈ। ਕਾਮ ਕ੍ਰੋਧ ਆਦਿਕ ਸਗਲ ਸਾਰੇ ਵਿਕਾਰਾਂ ਨੂੰ ਅਤੇ ਮੋਹ ਨੂੰ ਤਿਆਗਣਾ ਕਰੋ। ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਾਲਣ ਪੋਸ਼ਣ ਜ਼ਰੂਰ ਕਰਨਾ ਹੈ, ਪਰ ਨਾਲ ਸਿਮਰਨ ਵੀ ਜ਼ਰੂਰ ਕਰਨਾ ਕਰੋ। ਮਹਾਰਾਜ ਜੀ ਨੇ ਅੱਗੇ ਸਮਝਾਉਣਾ ਕੀਤਾ ਹੈ, ਮੋਹ ਅਰ ਭਰਮ ਤਜੋ ਤੁਮ ਵੀਰ। ਕਹਿਣ ਲੱਗੇ ਹੇ ਮੇਰੇ ਵੀਰ ਭਰਾਵੋ, ਤੁਸੀਂ ਸਰੀਰਾਂ ਦਾ ਮੋਹ ਅਤੇ ਸਰੂਪ ਦਾ ਭਰਮ ਸੰਸਾ ਹੈ ਜਿਹੜਾ ਇਹ ਤਿਆਗਣਾ ਕਰੋ। ਮੋਹ ਅਤੇ ਭਰਮ ਆਦਿਕ ਨੂੰ ਤਜੋ ਛੱਡ ਕਰਕੇ ਸਾਚ ਨਾਮ ਹਿਰਦੈ ਰਵੈ ਸਰੀਰ, ਕਿ ਜੋ ਦੇਹ ਦਾ ਸਰੀਰ ਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਦੇ ਸੱਚੇ ਨਾਮ ਨੂੰ ਉਚਾਰਨਾ ਕਰੋ, ਇਹ ਮੋਹ ਨੂੰ ਛੱਡਣਾ ਕਰੋ। ਸੱਚ ਨਾਮ ਜਾਂ ਨਾਮ ਨਿਧ ਪਾਈ, ਜਦੋਂ ਨਾਮ ਨੌ ਨਿਧੀਆਂ ਰੂਪੀ ਖਜ਼ਾਨਾ, ਨਵ ਦਾ ਰੂਪੀ ਖਜ਼ਾਨਾ ਪਾ ਲਿਆ ਤਾਂ ਪਰਮੇਸ਼ਰ ਦਾ ਸੱਚਾ ਨਾਮ ਹਿਰਦੇ ਵਿੱਚ ਵਸ ਜਾਏਗਾ। ਸੱਚ ਨਾਮ ਜਾਂ ਨਾਮ ਨਿਧ ਪਾਈ, ਰੋਵੈ ਪੂਤ ਨ ਕਲਪੈ ਮਾਈ, ਕਿ ਜਦੋਂ ਨੌ ਨਿਧੀਆਂ ਰੂਪੀ ਨਵ ਦਾ ਭਗਤੀ ਪਾ ਲਈ ਤਾਂ ਪਰਮੇਸ਼ਰ ਦਾ ਸੱਚਾ ਨਾਮ ਹਿਰਦੇ ਵਿੱਚ ਵਸ ਜਾਏਗਾ। ਫਿਰ ਮਨ ਰੂਪੀ ਪੁੱਤਰ ਰੁਦਨ ਨਹੀਂ ਕਰੇਗਾ ਅਤੇ ਨਾ ਹੀ ਬੁੱਧੀ ਰੂਪੀ ਮਾਈ ਮਾਂ ਕਲਪਨਾ ਕਰੇਗੀ। ਮਾਇਆ ਦੀ ਕਲਪਨਾ ਨਹੀਂ ਹੋਵੇਗੀ। ਫਿਰ ਜਦੋਂ ਨਵ ਦਾ ਭਗਤੀ ਪ੍ਰਾਪਤ ਕਰ ਲਈ, ਫਿਰ ਮਹਾਰਾਜ ਜੀ ਕਹਿਣ ਲੱਗੇ ਕਿ ਇਸ ਮਨ ਰੂਪੀ ਪੁੱਤਰ ਨੂੰ ਰੋਣ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਬੁੱਧੀ ਰੂਪੀ ਮਾਂ ਕਲਪਨਾ ਕਰੇਗੀ। ਮਾਇਆ ਦੀ ਕਲਪਨਾ ਨਹੀਂ ਹੋਵੇਗੀ। ਜਦੋਂ ਮਨ ਵਿਚਾਰ ਵਾਲਾ ਬਣ ਗਿਆ, ਫੇਰ ਰੋਵੇਗਾ ਨਹੀਂ ਅਤੇ ਕਲਪੈ ਮਾਈ, ਕਲਪਨਾ ਮਾਤਰ ਮਾਈ ਮਾਇਆ ਨੂੰ ਸਮਝ ਲਏਗਾ ਕਿ ਇਹ ਤਾਂ ਈਸ਼ਵਰ ਦੀ ਹੀ ਕਲਪੀ ਹੋਈ ਹੈ। ਏਤ ਮੋਹੇ ਡੂਬਾ ਸੰਸਾਰ। ਮਹਾਰਾਜ ਜੀ ਕਹਿਣ ਲੱਗੇ ਇਸ ਨੇਤਰਾਂ ਦੇ ਵਿਸ਼ੇ ਮੋਹ ਵਿੱਚ ਸਾਰਾ ਸੰਸਾਰ, ਸਾਰਾ ਜਗਤ ਡੁੱਬ ਰਿਹਾ ਹੈ। ਏਤ ਮੋਹੇ ਡੂਬਾ ਸੰਸਾਰ, ਕਿ ਇਸ ਨੇਤਰਾਂ ਦੇ ਵਿਸ਼ਿਆਂ ਦੇ ਵਿੱਚ ਸਾਰਾ ਸੰਸਾਰ ਡੁੱਬ ਰਿਹਾ ਹੈ। ਗੁਰਮੁਖ ਕੋਈ ਉਤਰੈ ਪਾਰ, ਕੋਈ ਬਿਰਲਾ ਬਿਰਲਾ ਹੀ ਪੁਰਸ਼ ਗੁਰਮੁਖ
ਤਾ ਕਰਕੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਪਾਰਲੇ ਕਿਨਾਰੇ ਤੇ ਉਤਰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਏਤ ਮੋਹੇ ਫਿਰ ਜੂਨੀ ਪਾਹੇ। ਏਤ ਇਹ ਸਰੀਰਾਂ ਦੇ ਮੋਹ ਕਰਕੇ ਫਿਰ ਮੁੜ ਕੇ 84 ਲੱਖ ਜੂਨਾਂ ਵਿੱਚ ਪਾਇਆ ਜਾਂਦਾ ਹੈ। ਜੋ ਇਹ ਮੋਹ ਹੈ ਕਿ ਸਰੀਰਾਂ ਦਾ, ਇਸ ਸਰੀਰਾਂ ਦੇ ਮੋਹ ਕਰਕੇ ਇਹ ਮੁੜ ਕੇ 84 ਲੱਖ ਜੂਨਾਂ ਵਿੱਚ ਪਾਇਆ ਜਾਂਦਾ ਹੈ। ਮੋਹੇ ਲਾਗਾ ਜੰਪੁਰ ਜਾਹੇ, ਕਿ ਮੋਹੇ ਮੋਹ ਵਿੱਚ ਲੱਗਣ ਕਰਕੇ ਜੀਵ ਜਮਪੁਰ ਜਮਾਂ ਦੀ ਪੁਰੀ ਵਿੱਚ ਜਾਂਦਾ ਹੈ। ਗੁਰ ਦੀਖਿਆ ਲੈ ਜਪ ਤਪ ਕਮਾਵਹਿ, ਨਾ ਮੋਹ ਟੂਟੈ ਨਾ ਥਾਏ ਪਾਹੇ। ਜੇਕਰ ਸਤਿਗੁਰਾਂ ਦੀ ਸਿੱਖਿਆ ਲੈ ਕੇ, ਬਾਣੀ ਕਰਕੇ, ਜਾਪ ਅਤੇ ਸਰੀਰ ਕਰਕੇ ਸੇਵਾ ਰੂਪ ਤਪੱਸਿਆ ਨੂੰ ਕਮਾਉਣਾ ਕਰੇ। ਗੁਰ ਦੀਖਿਆ ਲੈ ਜਪ ਤਪ ਕਮਾਹੇ। ਜੇਕਰ ਗੁਰ ਸਤਿਗੁਰਾਂ ਦੀ ਦੀਖਿਆ ਸਿੱਖਿਆ ਲੈ ਕੇ, ਬਾਣੀ ਪੜ੍ਹ ਕੇ, ਬਾਣੀ ਦਾ ਜਾਪ ਕਰਕੇ, ਸਰੀਰ ਕਰਕੇ ਸੇਵਾ ਕਰੇ ਤੇ ਸੇਵਾ ਨੂੰ ਕਮਾਉਣਾ ਕਰੇ। ਨਾ ਮੋਹ ਟੂਟੈ ਨਾ ਥਾਏ ਪਾਹੇ, ਤਾਂ ਫਿਰ ਨਾ ਪੁਰਸ਼ ਦਾ ਮੋਹ ਸਨੇਹ ਟੁੱਟ ਜਾਂਦਾ ਹੈ ਅਤੇ ਉਹ ਨਰਕਾਂ ਰੂਪੀ ਜਗ੍ਹਾ ਨੂੰ ਨਹੀਂ ਪਾਉਂਦਾ। ਮਹਾਰਾਜ ਜੀ ਕਹਿਣ ਲੱਗੇ, ਨਦਰ ਕਰੇ ਤਾਂ ਇਹੋ ਮੋਹ ਜਾਏ। ਜੇਕਰ ਹੇ ਭਾਈ, ਜੇਕਰ ਸਤਿਗੁਰਾਂ ਦੀ ਕਿਰਪਾ ਹੋ ਜਾਵੇ, ਸਤਿਗੁਰਾਂ ਦੀ ਦ੍ਰਿਸ਼ਟੀ ਪੈ ਜਾਵੇ, ਤਾਦ ਹਿਰਦੇ ਵਿੱਚੋਂ ਇਹ ਸਰੀਰਾਂ ਆਦਿਕ ਦਾ ਮੋਹ ਚਲਿਆ ਜਾਂਦਾ ਹੈ। ਭਾਵ ਮੋਹ ਨਿਵਰਤ ਹੋ ਜਾਂਦਾ ਹੈ। ਨਾਨਕ ਹਰਿ ਸਿਉ ਰਹਿ ਸਮਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਫਿਰ ਪਰਮੇਸ਼ਰ ਦੇ ਸਾਥ ਅਭੇਦ ਹੋਏ ਰਹਿੰਦਾ ਹੈ। ਫਿਰ ਉਸ ਹਰੀ ਦੇ ਨਾਲ ਮਿਲੀਂਦਾ ਹੈ ਜੋ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ। ਨਾਦਰ ਕਰੇ ਤਾਂ ਇਹੋ ਮੋਹ ਜਾਏ, ਨਾਨਕ ਹਰਿ ਸਿਉ ਰਹਿ ਸਮਾਏ। ਮਹਾਰਾਜ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜੇਕਰ ਸਤਿਗੁਰਾਂ ਦੀ ਨਾਦਰ ਹੋ ਜਾਵੇ, ਕਿਰਪਾ ਦ੍ਰਿਸ਼ਟੀ ਹੋ ਜਾਏ, ਤਾਦ ਹਿਰਦੇ ਵਿੱਚੋਂ ਇਹ ਸਰੀਰਾਂ ਦਾ ਮੋਹ ਚਲਿਆ ਜਾਂਦਾ ਹੈ। ਭਾਵ ਨਿਵਰਤ ਹੋ ਜਾਂਦਾ ਹੈ। ਨਾਨਕ ਹਰਿ ਸਿਉ ਰਹਿ ਸਮਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਫਿਰ ਪਰਮੇਸ਼ਰ ਦੇ ਸਾਥ ਅਭੇਦ ਹੋਏ ਰਹਿੰਦੇ ਹਨ। ਫਿਰ ਉਹ ਹਰੀ ਦੇ ਨਾਲ ਮਿਲੀਂਦਾ ਹੈ ਜੋ ਹਰੀ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ। ਆਸਾ ਮਹੱਲਾ ਪਹਿਲਾ। ਆਪ ਕਰੇ ਸੱਚ ਅਲਖ ਅਪਾਰ, ਹਉ ਪਾਪੀ ਤੂੰ ਬਖਸ਼ਣਹਾਰ। ਤੇਰਾ ਭਾਣਾ ਸਭ ਕਿਸ ਹੋਵੈ, ਮਨ ਹਠ ਕੀਚੈ ਅੰਤ ਬਿਗੋਵੈ ਰਹਾਉ। ਮਨ ਮੁਖ ਕੀ ਮਤ ਕੂੜ ਵਿਆਪੀ, ਬਿਨਹਾ ਸਿਮਰਨ ਪਾਪ ਸੰਤਾਪੀ। ਦੁਰਮਤ ਤਿਆਗ ਲਾਹਾ ਕਿਸ ਲੇਵ ਹੋ, ਜੋ ਉਪਜੈ ਸੋ ਅਲਖ ਅਭੇਵ ਹੋ। ਐਸਾ ਹਮਰਾ ਸਖਾ ਸਹਾਈ, ਗੁਰ ਹਰਿ ਮਿਲਿਆ ਭਗਤ ਦਿਰੜਾਈ। ਸਗਲੀ ਸੌਦੀ ਟੋਟਾ ਆਵੈ, ਨਾਨਕ ਰਾਮ ਨਾਮ ਮਨ ਭਾਵੈ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਬੜੇ ਹੀ ਵਿਸਥਾਰ ਦੁਆਰਾ ਸਮਝਾ ਰਹੇ ਹਨ। ਕਥਨ ਕਰਦੇ ਹਨ, ਆਪ ਕਰੇ ਸੱਚ ਅਲਖ ਅਪਾਰ, ਹਉ ਪਾਪੀ ਤੂੰ ਬਖਸ਼ਣਹਾਰ। ਮਹਾਰਾਜ ਜੀ ਕਹਿਣ ਲੱਗੇ, ਸਤਿਗੁਰਾਂ ਤੋਂ ਬਿਨਾਂ ਅਲਖ ਲਾਖਣ ਤੋਂ ਰਹਿਤ ਅਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਸੱਚਾ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ, ਸ੍ਰਿਸ਼ਟੀ ਦੀ ਪਾਲਣਾ ਅਤੇ ਲਯਤਾ ਆਦਿਕ ਕਾਰਜਾਂ ਨੂੰ ਆਪ ਹੀ ਕਰਦਾ ਹੈ। ਉਸ ਅੱਗੇ ਇਸ ਪ੍ਰਕਾਰ ਬੇਨਤੀ ਕਰੀਏ
ਕਿ ਹੇ ਵਾਹਿਗੁਰੂ ਹਉ ਪਾਪੀ ਤੂੰ ਬਖਸ਼ਣਹਾਰ। ਹਉ ਮੈਂ ਔਗਣਾ ਕਰਕੇ ਪਾਪੀ ਮੰਦ ਕਰਮ ਕਰਨ ਵਾਲਾ ਗੁਨਾਹਗਾਰ ਹਾਂ, ਅਤੇ ਤੂੰ ਬਖਸ਼ਣਹਾਰ, ਤੁਸੀਂ ਬਖਸ਼ਣ ਵਾਲੇ ਹੋ, ਬਖਸ਼ ਲੋ। ਆਪ ਕਰੇ ਸੱਚ ਅਲਖ ਅਪਾਰ, ਸਤਿਗੁਰਾਂ ਤੋਂ ਬਿਨਾ ਅਲਖ, ਲਖਣ ਤੋਂ ਰਹਿਤ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ। ਸੱਚਾ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ, ਪਾਲਣਾ ਅਤੇ ਲਇਤਾ ਆਦਿਕ ਕਾਰਜਾਂ ਨੂੰ ਆਪ ਕਰਦਾ ਹੈ। ਉਸ ਅੱਗੇ ਇਸ ਪ੍ਰਕਾਰ ਬੇਨਤੀ ਕਰੀਏ ਕਿ ਹੇ ਵਾਹਿਗੁਰੂ ਹਉ ਪਾਪੀ ਹਉ ਮੈਂ ਔਗਣਾ ਕਰਕੇ ਪਾਪੀ ਮੰਦ ਕਰਮ ਕਰਨ ਵਾਲਾ ਗੁਨਾਹਗਾਰ ਹਾਂ, ਅਤੇ ਤੂੰ ਬਖਸ਼ਣਹਾਰ, ਤੁਸੀਂ ਬਖਸ਼ਣਹਾਰ, ਬਖਸ਼ਣ ਵਾਲੇ ਹੋ। ਤੇਰਾ ਭਾਣਾ ਸਭ ਕਿਸ ਹੋਵੈ। ਹੇ ਮਹਾਰਾਜ ਸਾਰਾ ਕੁਝ ਤੁਹਾਡੇ ਹੀ ਭਾਣੇ ਹੁਕਮ ਵਿੱਚ ਹੁੰਦਾ ਹੈ। ਮਨ ਹਟ ਕੀਚੈ ਅੰਤ ਬਿਗੋਵੈ। ਮਨ ਦੀ ਹੱਠ, ਮਨ ਦੀ ਜਿੱਦ ਕਰਕੇ ਕਰਮ ਕਰਨ ਨਾਲ ਅੰਤ ਨੂੰ, ਅਖੀਰ ਨੂੰ ਖਰਾਬ ਹੀ ਹੋਣਾ ਪੈਂਦਾ ਹੈ। ਤੇਰਾ ਭਾਣਾ ਸਭ ਕਿਸ ਹੋਵੈ। ਕਿ ਐਸੇ ਹੀ ਅਰਦਾਸਾਂ ਬੇਨਤੀਆਂ ਕਰੀਏ ਮਹਾਰਾਜ, ਸਾਰਾ ਕੁਝ ਤੁਹਾਡੇ ਹੀ ਭਾਣੇ ਵਿੱਚ ਹੁਕਮ ਵਿੱਚ ਹੁੰਦਾ ਹੈ। ਮਨ ਹਟ ਕੀਚੈ ਅੰਤ ਬਿਗੋਵੈ। ਮਨ ਦੀ ਹੱਠ, ਮਨ ਦੀ ਜਿੱਦ ਕਰਕੇ ਜਿਹੜੇ ਕਰਮ ਕਰਦੇ ਹਾਂ ਕਿ ਉਹ ਕਰਮ ਕਰਨ ਨਾਲ ਅੰਤ ਨੂੰ ਸਰੀਰ ਖਰਾਬ ਹੀ ਹੋਣਾ, ਸਰੀਰ ਦਾ ਖਰਾਬ ਹੀ ਹੋਣਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਕਹਿਣ ਲੱਗੇ, ਮਨਮੁਖ ਕੀ ਮਤ ਕੂੜ ਵਿਆਪੀ। ਕਿ ਮਨਮੁਖ, ਮਨਮਤ ਧਾਰਨ ਵਾਲੇ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ, ਬੇਮੁਖ ਪੁਰਸ਼ ਦੀ ਮਤ ਬੁੱਧੀ ਸਦਾ ਹੀ ਕੂੜ, ਝੂਠੇ ਪਦਾਰਥਾਂ ਜਾਂ ਝੂਠ ਬੋਲਣ ਵਿੱਚ ਵਿਆਪੀ ਹੈ, ਲੱਗੀ ਹੋਈ ਹੈ। ਮਨਮੁਖ ਕੀ ਮਤ ਕੂੜ ਵਿਆਪੀ। ਕਿ ਮਨਮੁਖ, ਮਨ ਮਤ ਧਾਰਨ ਵਾਲਾ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ, ਬੇਮੁਖ ਪੁਰਸ਼ ਦੀ ਮਤ ਬੁੱਧੀ ਸਦਾ ਝੂਠੇ ਪਦਾਰਥਾਂ ਜਾਂ ਝੂਠ ਬੋਲਣ ਵਿੱਚ ਹੀ ਵਿਆਪੀ ਹੈ, ਲੱਗੀ ਹੋਈ ਹੈ। ਬਿਨ ਹਰਿ ਸਿਮਰਨ ਪਾਪ ਸੰਤਾਪੀ। ਕਿ ਹਰੀ ਪਰਮੇਸ਼ਰ ਦੇ ਸਿਮਰਨ ਯਾਦ ਕਰਨ ਤੋਂ ਬਿਨਾ ਪਾਪ ਗੁਨਾਹਾਂ ਕਰਕੇ ਦੁਖੀ ਹੋਣਾ ਪੈਂਦਾ ਹੈ। ਹਰੀ ਪਰਮੇਸ਼ਰ ਦੇ ਸਿਮਰ ਤੋਂ ਬਗੈਰ ਕੀਤੇ ਹੋਏ ਪਾਪ ਕਰਮ ਬੜੇ ਦੁੱਖ ਦੇਣ ਵਾਲੇ ਹਨ। ਦੁਰਮਤ ਤਿਆਗ ਲਾਹਾ ਕਿਸ ਲੇਵ ਹੋ। ਦੁਰਮਤ ਖੋਟੀ ਮਤ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਖੋਟੀ ਮਤ ਨੂੰ ਤਿਆਗ ਕੇ ਛੱਡ ਕਰਕੇ ਮਨੁੱਖਾ ਜਨਮ ਵਿੱਚ ਆਤਮਾ ਦੀ ਪ੍ਰਾਪਤੀ ਰੂਪੀ ਕੁਝ ਲਾਹਾ, ਕੁਝ ਨਫਾ ਲੈਣਾ ਕਰੋ। ਜਿਹੜੇ ਕਾਰਜ ਵਾਸਤੇ ਆਏ ਹੋ ਕਿ ਹੇ ਭਾਈ ਦੁਰਮਤ ਤਿਆਗ, ਖੋਟੀ ਮਤ ਨੂੰ ਤਿਆਗ ਕੇ ਛੱਡ ਕਰਕੇ ਲਾਹਾ ਕਿਸ ਲੇਵ ਹੋ। ਕਿ ਮਨੁੱਖਾ ਜਨਮ ਵਿੱਚ ਆਤਮਾ ਦੀ ਪ੍ਰਾਪਤੀ ਰੂਪੀ ਕੁਝ ਲਾਹਾ ਨਫਾ ਲੈਣਾ ਕਰੋ। ਜੋ ਉਪਜੈ ਸੋ ਅਲਖ ਅਭੇਵ ਹੋ। ਜਿਹੜਾ ਕੁਝ ਵੀ ਸੰਸਾਰ ਵਿੱਚ ਉਪਜੈ, ਪੈਦਾ ਹੋਇਆ ਹੈ, ਉਹ ਸਭ ਕੁਝ ਅਲਖ, ਲਖਣ ਤੋਂ ਰਹਿਤ, ਅਭੇਵ ਹੋ, ਭੇਤ ਰਹਿਤ ਪਰਮੇਸ਼ਰ ਦੀ ਸਤਾ ਦੇ ਆਸਰੇ ਹੀ ਹੈ। ਕਿ ਜੋ ਕੁਝ ਹੋ ਰਿਹਾ ਹੈ ਉਸ ਪਰਮੇਸ਼ਰ ਦੀ ਸਤਾ ਦੇ ਆਸਰੇ ਹੈ। ਐਸਾ ਹਮਰਾ ਸਖਾ ਸਹਾਈ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਕਿ ਹੇ ਭਾਈ ਅਜਿਹਾ ਸਮਰੱਥ ਪ੍ਰਭੂ ਸਾਡਾ ਲੋਕ ਪਰਲੋਕ ਦਾ ਸਖਾ, ਮਿੱਤਰ ਰੂਪ ਹੋ ਕੇ ਸਹਾਈ, ਸਹਾਇਤਾ ਕਰਨ ਵਾਲਾ ਹੈ। ਹੇ ਭਾਈ ਸਾਨੂੰ ਪਰਮੇਸ਼ਰ ਸਰੂਪ ਸਤਿਗੁਰੂ ਜੀ ਮਿਲੇ ਹਨ। ਗੁਰ ਹਰਿ ਮਿਲਿਆ ਭਗਤ ਦਿਰੜਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਸਾਨੂੰ ਪਰਮੇਸ਼ਰ ਸਰੂਪ ਸਤਿਗੁਰੂ ਜੀ ਮਿਲੇ ਹਨ। ਉਹਨਾਂ ਨੇ ਆਪ ਹੀ ਕਿਰਪਾ ਕਰਕੇ ਭਗਤ ਦਿਰੜਾਈ, ਭਾਉ ਭਗਤੀ, ਪ੍ਰੇਮਾ ਭਗਤੀ ਦਿਰੜ ਕਰਵਾਉਣਾ ਕੀਤੀ ਹੈ। ਇਸੇ ਕਰਕੇ ਕਿ ਉਹ ਸਾਡਾ
ਸਖਾ ਮਿੱਤਰ ਹੈ। ਸਗਲੀ ਸੌਦੀ ਟੋਟਾ ਆਵੈ, ਸਗਲੀ ਸਾਰੇ ਜਪ ਤਪ ਸਵਰਗ ਲੋਕ ਬ੍ਰਹਮ ਲੋਕ ਸ਼ਲੋਕ ਸਮੀਪ ਸਜੋ। ਆਦਿਕ ਮੁਕਤੀਆਂ ਦੀ ਪ੍ਰਾਪਤੀ ਰੂਪੀ ਪ੍ਰਤੱਖ ਸੌਦੀ ਸੌਦਿਆਂ ਵਿੱਚ ਘਾਟਾ ਹੀ ਆਉਂਦਾ ਹੈ। ਕਿ ਸਗਲੀ ਸੌਦੀ ਟੋਟਾ ਆਵੈ, ਕਿ ਸਗਲੀ ਸਾਰੇ ਜਪ ਤਪ ਸਵਰਗ ਲੋਕ ਬ੍ਰਹਮ ਲੋਕ ਕਿ ਆਦਿਕ ਮੁਕਤੀਆਂ ਦੀ ਪ੍ਰਾਪਤੀ ਰੂਪੀ ਜਾਂ ਪ੍ਰਤੱਖ ਸੌਦਿਆਂ ਪਦਾਰਥਾਂ ਵਿੱਚ ਘਾਟਾ ਹੀ ਆਉਂਦਾ ਹੈ। ਨਾਨਕ ਰਾਮ ਨਾਮ ਮਨ ਭਾਵੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਇਸ ਕਰਕੇ ਰਮੇ ਹੋਏ ਪਰਮੇਸ਼ਰ ਦਾ ਨਾਮ ਹੀ ਸਾਡੇ ਚਿੱਤ ਵਿੱਚ ਭਾਉਂਦਾ ਹੈ, ਚੰਗਾ ਲੱਗਦਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਅਗਲੇ ਸ਼ਬਦ ਦੇ ਅੰਦਰ। ਆਸਾ ਮਹੱਲਾ ਪਹਿਲਾ ਚੌਪਦੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਘੰਗਰੂ ਵਾਜੈ ਜੇ ਮਨ ਲਾਗੈ, ਤਉ ਜਮ ਕਹਾਂ ਕਰੇ ਤਉ ਜਮ ਕਹਾਂ ਕਰੇ ਮੋਸਿਉ ਆਗੈ ਰਹਾਉ। ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ ਚੌਪਦੇ। ਚੌਹਾਂ ਪਦਿਆਂ ਵਾਲੇ 4 ਸ਼ਬਦ ਆਉਣਗੇ। ਚੌਪਦੇ ਦੇ ਥੱਲੇ ਛੋਟਾ ਜਿਹਾ ਚੌਂਕਾ ਲੱਗਿਆ ਹੋਇਆ ਹੈ। ਇਸ ਚੌਂਕੇ ਦਾ ਭਾਵ ਹੈ ਕਿ 4 ਪਦਿਆਂ ਵਾਲੇ ਸ਼ਬਦ ਆਉਣਗੇ। ਮਹਾਰਾਜ ਜੀ ਕਹਿਣ ਲੱਗੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਮਹਾਰਾਜ ਜੀ ਨੇ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਕਿ ਹੇ ਭਾਈ, ਵਿਦਿਆ ਜੋ ਕਈਆਂ ਨੇ 14 ਪ੍ਰਕਾਰ ਦੀ, ਕਈਆਂ ਨੇ 16 ਪ੍ਰਕਾਰ ਦੀ, ਕਈਆਂ ਨੇ 18 ਜਾਂ 64 ਪ੍ਰਕਾਰ ਦੀ ਮੰਨੀ ਹੈ। ਇਹ ਵਿਦਿਆ ਇਹਨਾਂ ਦੀ ਵਿਚਾਰ ਕੀਤੀ ਹੋਈ ਤਾਂ ਤਦ ਹੀ ਸਫਲੀ ਹੈ ਜੇਕਰ ਪਰਉਪਕਾਰੀ ਦੂਸਰੇ ਦੇ ਉਪਕਾਰ ਭਾਵ ਭਲਾ ਕਰੇ। ਜਿਹੜੀ ਵਿਦਿਆ ਹੈ ਕਿ ਇਹ ਵਿਦਿਆ ਪੜ੍ਹੀ ਦਾ ਤਾਂ ਫਾਇਦਾ ਹੈ ਜੇ ਕਿਸੇ ਤੇ ਉਪਕਾਰ ਕਰੇ, ਦਇਆ ਕਰੇ, ਧਰਮ ਕਰੇ। ਇਸ ਵਿਦਿਆ ਦਾ ਪੜ੍ਹੀ ਹੋਈ ਦਾ ਤਾਂ ਉਪਕਾਰ ਹੈ, ਭਲਾ ਹੈ। ਉਹਨਾਂ ਨੇ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ ਆਦਿਕ ਵਿਦਿਆ ਵਿਚਾਰੀ ਵਿਚਾਰ ਲਈ ਹੈ। ਜਿਹੜੇ ਪਰਉਪਕਾਰ ਕਰਦੇ ਹਨ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਮਹਾਰਾਜ ਜੀ ਕਥਨ ਕਰਦੇ ਹਨ ਹੇ ਭਾਈ, ਵਿਦਿਆ ਜੋ ਕਈਆਂ ਨੇ 14 ਪ੍ਰਕਾਰ ਦੀ ਵਿਚਾਰਨਾ ਕੀਤੀ ਹੈ, ਕਈਆਂ ਨੇ 16 ਪ੍ਰਕਾਰ ਦੀ ਵਿਚਾਰਨਾ ਕੀਤੀ ਹੈ ਵਿਦਿਆ ਦੀ, ਕਈਆਂ ਨੇ 18 ਜਾਂ 64 ਪ੍ਰਕਾਰ ਦੀ ਵਿਦਿਆ ਦੀ ਵਿਚਾਰ ਕੀਤੀ ਹੈ। ਇਹਨਾਂ ਦੀ ਵਿਚਾਰ ਕੀਤੀ ਹੋਈ ਤਦ ਹੀ ਸਫਲੀ ਹੈ ਜੇਕਰ ਪਰਉਪਕਾਰ ਕਰਨ, ਦੂਸਰੇ ਦੇ ਉੱਪਰ ਉਪਕਾਰ ਭਾਵ ਭਲਾ ਕਰਨ, ਤਾਂ ਵਿਦਿਆ ਪੜ੍ਹੀ ਹੋਈ ਚੰਗੀ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਜੇਕਰ ਪੰਜਾਂ 7 ਸੰਤੋਖ ਦਇਆ ਧਰਮ ਵਿਚਾਰ ਦੀ ਰਾਸੀ ਪੂੰਜੀ ਕੋਲ ਹੈ ਤਦ ਹੀ ਪਵਿੱਤਰ ਅਸਥਾਨਾਂ ਤੇ ਵਸਣ ਵਾਲਾ ਹੈ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਜੇਕਰ 5-7 ਸੰਤੋਖ ਦਇਆ ਧਰਮ ਵਿਚਾਰ ਦੀ ਪੂੰਜੀ ਕੋਲ ਹੈ ਤਦ ਹੀ ਪਵਿੱਤਰ ਅਸਥਾਨਾਂ ਤੇ ਵਸਣਾ ਸਫਲ ਹੈ। ਜਿਨ੍ਹਾਂ ਨੇ 5 ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ਿਆਂ ਨੂੰ ਸਚਾਈ ਵਿੱਚ ਕਰ ਲਿਆ ਹੈ, 5 ਗਿਆਨ ਇੰਦਰੀਆਂ ਨੂੰ ਦਰੁਸਤ ਸਵਾਰ ਲਿਆ ਹੈ, ਜਿਨ੍ਹਾਂ ਨੇ 5 ਇੰਦਰੀਆਂ ਨੂੰ ਦਰੁਸਤ ਕਰ ਲਿਆ ਹੈ, ਸਵਾਰ ਲਿਆ ਹੈ,
ਭਾਵ ਅੱਖਾਂ ਨਾਲ ਸਤਿਗੁਰਾਂ ਦਾ ਸਰੂਪ ਹੀ ਵੇਖਦੇ ਹਨ ਜਿਹੜੇ, ਕੰਨਾਂ ਨਾਲ ਜਸ ਹੀ ਸੁਣਦੇ ਹਨ, ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣ ਹੀ ਗਾਉਂਦੇ ਹਨ, ਨਾਮ ਹੀ ਜਪਦੇ ਹਨ, ਪੈਰਾਂ ਨਾਲ ਸਤ ਸੰਗਤ ਵਿੱਚ ਜਾਂਦੇ ਹਨ, ਹੱਥਾਂ ਨਾਲ ਸੇਵਾ ਕਰਦੇ ਹਨ, ਉਹਨਾਂ ਦਾ ਹੀ ਤੀਰਥਾਂ ਤੇ ਬਸਿਆ ਹੋਇਆ ਹੀ ਸਫਲਾ ਜਾਣੋ, ਉਹ ਆਤਮਾ ਆਨੰਦ ਰੂਪੀ ਤੀਰਥ ਉੱਤੇ ਬਸਦੇ ਹਨ। ਘੁੰਗਰੂ ਬਾਜੈ ਜੇ ਮਨ ਲਾਗੈ, ਘੁੰਗਰੂ ਛੋਟੀ ਘੰਟੀ ਦੇ ਵੱਜਣ, ਜਿਹੜੇ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਨਿਰਤਕਾਰੀ ਕਰਦੇ ਹੋਏ ਘੁੰਗਰੂ ਪੈਰਾਂ ਵਿੱਚ ਬੰਨ੍ਹ ਕੇ ਵਜਾਉਂਦੇ ਹਨ। ਜੇਕਰ ਪਰਮੇਸ਼ਰ ਵਿੱਚ ਮਨ ਚਿੱਤ ਲੱਗ ਜਾਵੇ ਤਾਂ ਉਹਨਾਂ ਨੂੰ ਹੋਰ ਘੁੰਗਰੂ ਵਜਾਉਣ ਦੀ ਲੋੜ ਨਹੀਂ। ਪੈਰਾਂ ਦੇ ਵਿੱਚ ਪਾ ਕੇ ਘੁੰਗਰੂ ਬਾਜੈ ਜੇ ਮਨ ਲਾਗੈ, ਕਿ ਘੁੰਗਰੂ ਦਾ ਭਾਵ ਵੀ ਇਹ ਹੈ ਕਿ ਘੋਰੜੂ ਵੱਜਣ ਵੇਲੇ ਭਾਵ ਅੰਤ ਸਮੇਂ ਵੀ ਜੇਕਰ ਮਨ ਪਰਮੇਸ਼ਰ ਵਿੱਚ ਲੱਗ ਜਾਵੇ ਤਾਦ ਅੱਗੇ ਪਰਲੋਕ ਵਿੱਚ ਮੋਹ ਸਿਉ ਆਗੈ, ਕਿ ਮੋਹ ਮੇਰੇ ਸਾਥ ਜਮਰਾਜ ਕੀ ਕਰੇਗਾ, ਭਾਵ ਤਿਸ ਨੂੰ ਅੰਤ ਵੇਲੇ ਵੀ ਪਰਮੇਸ਼ਰ ਵਿੱਚ ਮਨ ਨੂੰ ਜੋੜਨਾ ਕੀਤਾ ਹੈ, ਉਸ ਨੂੰ ਜਮਰਾਜਾ ਕੁਝ ਨਹੀਂ ਕਹਿ ਸਕਦਾ। ਜਿਹੜਾ ਅਖੀਰਲੇ ਵੇਲੇ ਘੋਰੜੂ ਵੱਜਣ ਵੇਲੇ ਪਰਮੇਸ਼ਰ ਦਾ ਨਾਮ ਜਪਦਾ ਹੈ ਕਿ ਉਸ ਨੂੰ ਫਿਰ ਜਮਰਾਜ ਪਰਲੋਕ ਵਿੱਚ ਕੁਝ ਵੀ ਨਹੀਂ ਕਹਿ ਸਕਦਾ, ਕਿ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਅਖੀਰਲੇ ਸਮੇਂ ਉਸ ਦੇ ਨਾਲ ਸਹਾਇਤਾ ਕਰੇਗਾ। ਅੰਤ ਕਾਲ ਜੋ ਨਾਰਾਇਣ ਸਿਮਰੈ, ਬਾਕੈ ਹਿਰਦੈ ਪ੍ਰੀਤਮ ਵਸੈ, ਉਸ ਦੇ ਹਿਰਦੇ ਅੰਦਰ ਫਿਰ ਪ੍ਰੀਤਮ ਦਾ ਵਾਸਾ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ। ਜਾਂ ਕਿ ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਾਨੀ ਨਾ ਆਵੈ, ਉਸ ਦੀ ਮਹਿਮਾ ਗਿਣੀ ਨਹੀਂ ਜਾਂਦੀ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ, ਚਾਹੇ ਅੰਤ ਦੇ ਸਮੇਂ ਹੀ ਜਪ ਲਵੇ। ਮਹਾਰਾਜ ਜੀ ਕਹਿਣ ਲੱਗੇ, ਆਸ ਨਿਰਾਸੀ ਤੋ ਸੰਨਿਆਸੀ, ਜੇਕਰ ਮਾਇਆ ਦੀ ਆਸ ਉਮੀਦ ਇੱਛਾ ਉਦਾਸੀਨ ਹੈ, ਜੇਕਰ ਮਾਇਆ ਪਦਾਰਥਾਂ ਦੀ ਆਸ ਉਮੀਦ ਇੱਛਾ ਨਿਰਾਸੀ ਉਦਾਸੀਨ ਹੈ, ਭਾਵ ਕੋਈ ਉਮੀਦ ਨਹੀਂ ਹੈ ਇਹਨਾਂ ਤੋਂ। ਜਾਂ ਜਤ ਜੋਗੀ ਤਾਂ ਕਾਇਆ ਭੋਗੀ, ਜਦ ਹੀ ਸੰਨਿਆਸੀ ਆਸ਼ਰਮ ਧਾਰਨ ਵਾਲਾ ਤਿਆਗੀ ਹੋਣਾ ਸ੍ਰੇਸ਼ਟ ਹੈ। ਜਾਂ ਜੇਕਰ ਇੰਦਰੀਆਂ ਨੂੰ ਕਾਬੂ ਕਰਨ ਵਾਲਾ ਹੈ ਤਾਂ ਜੋਗੀ ਹੈ। ਜਾਂ ਸਤ ਜਾਂ ਜਤ ਜੋਗੀ, ਕਿ ਜਾਂ ਜੇਕਰ ਜਾਤ ਇੰਦਰੀਆਂ ਨੂੰ ਕਾਬੂ ਕਰਨ ਵਾਲਾ ਹੈ ਤਾਂ ਜੋਗੀ ਹੈ। ਪਰਮੇਸ਼ਰ ਵਿੱਚ ਜੁੜਿਆ ਹੋਇਆ ਹੈ ਜਿਹੜਾ, ਜੇਕਰ ਜਾਤ ਨਹੀਂ ਹੈ ਤਾਦ ਉਸ ਦੀ ਕਾਇਆ ਉਸ ਦੀ ਦੇਹ ਗ੍ਰਿਸ਼ਤੀਆਂ ਵਾਲੀ ਹੈ। ਜੇਕਰ ਜਾਤ ਆਦਿਕ ਕਾਇਮ ਹੈ ਅਤੇ ਪਰਮੇਸ਼ਰ ਵਿੱਚ ਚਿੱਤ ਦੀ ਬਿਰਤੀ ਇਕਾਗਰ ਕਰਨ ਰੂਪੀ ਜੋੜੀ ਹੋਈ ਹੈ, ਤਾਦ ਬੁੱਧੀ ਦੇ ਅੰਦਰ ਬ੍ਰਹਮਾਨੰਦ ਜੋਗਾਨੰਦ ਦੇ ਤਾਈ ਭੋਗੇਗਾ। ਦਇਆ ਦਿਗੰਬਰ ਦੇਹ ਵਿਚਾਰੀ, ਦੇਹ ਸਰੀਰ ਦੇ ਅੰਦਰ ਦਇਆ ਰਹਿਮ ਕਰਨਾ ਆਦਿਕ ਸ਼ੁਭ ਗੁਣਾਂ ਦੀ ਵਿਚਾਰ ਕਰਨ ਵਾਲਾ ਹੀ ਦਿਗੰਬਰ, ਦਿਸ਼ਾ ਨੂੰ ਸਮਝਣ ਵਾਲਾ ਨਾਂਗਾ ਹੈ। ਦਇਆ ਦਿਗੰਬਰ ਦੇਹ ਵਿਚਾਰੀ, ਆਪ ਮਰੈ ਅਵਰੈ ਨਹਿ ਮਾਰੀ, ਕਿ ਦੇਹ ਹੈ ਜਿਹੜਾ ਇਹ ਸਰੀਰ ਦੇ ਅੰਦਰ ਰਹਿਮ ਕਰਨਾ ਹੈ, ਕਿ ਇਹ ਸ਼ੁਭ ਗੁਣਾਂ ਦੀ ਵਿਚਾਰ ਕਰਨ ਵਾਲਾ ਹੈ। ਦਿਗੰਬਰ ਦਿਸ਼ਾ ਨੂੰ ਵਸਤਰ ਸਮਝਣ ਵਾਲਾ ਨਾਂਗਾ ਹੈ। ਜਿਹੜੇ ਹਰੇਕ ਜੀਵਾਂ ਉੱਪਰ ਦਇਆ ਕਰਦਾ ਹੈ ਉਸ ਦੀ ਹੀ ਦਿਗੰਬਰ ਨਾਂਗੇ ਦੀ ਦੇਹੀ ਵਿਚਾਰੀ ਸ਼੍ਰੋਮਣੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ। ਆਪਣੇ ਆਪ ਨੂੰ ਹੰਗਤਾ ਅਨਥਾਤ
ਜੀਵ ਭਾਵ ਵੱਲੋਂ ਮਰ ਨਾ ਕਰੇ। ਹੋਰ ਕਿਸੇ ਨੂੰ ਦੋਸ਼ ਆਰੋਪਣ ਰੂਪੀ ਮਾਰਨਾ ਨਾ ਕਰੇ। ਆਪ ਵੀ ਜੀਵਤ ਭਾਵ ਤੋਂ ਮਰੇ ਅਤੇ ਹੋਰਨਾਂ ਦੀ ਹੰਗਤਾ ਨੂੰ ਵੀ ਮਾਰ ਦੇਵੇ ਕਿ ਉਹ ਹੀ ਜਤ ਵਾਲਾ ਹੈ। ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੋਜਨਾ ਤੇਰੇ। ਹੇ ਪਰਮੇਸ਼ਰ, ਤੁਸੀਂ ਏਕ ਇੱਕ ਹੀ ਸਾਰਿਆਂ ਵਿੱਚ ਵਿਆਪਕ ਹੋ। ਹੋਰ ਸਰਗੁਣ ਆਦਿਕਾਂ ਦੇ ਤੁਹਾਡੇ ਬਹੁਤ ਸਾਰੇ ਲਿਬਾਸ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਤੁਹਾਡੇ ਕੌਤਕ ਨਹੀਂ ਸਮਝੇ ਜਾਂਦੇ ਕਿ ਤੁਸੀਂ ਇੱਕ ਹੀ ਸਾਰਿਆਂ ਵਿੱਚ ਵਿਆਪਕ ਹੋ ਤੇ ਸਰਗੁਣ ਆਦਿਕ ਦੇ ਤੁਹਾਡੇ ਬਹੁਤ ਸਾਰੇ ਲਿਬਾਸ ਹਨ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹੇ ਮਹਾਰਾਜ, ਤੁਹਾਡੇ ਚੋਜ ਤੁਹਾਡੇ ਕੌਤਕ ਸਮਝੇ ਨਹੀਂ ਜਾਂਦੇ। ਆਸਾ ਮਹੱਲਾ ਪਹਿਲਾ। ਏਕ ਨ ਭਰੀਆ ਗੁਣ ਕਹਿ ਧੋਵਾ, ਮੇਰਾ ਸੋ ਜਾਗੈ ਹਉ ਨਿਸਭੋਰਾ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਆਸਾ ਰਾਗ ਦੇ ਅੰਦਰ। ਇਸ ਸ਼ਬਦ ਵਿੱਚ ਸਤਿਗੁਰੂ ਜੀ ਜਗਿਆਸੂ ਅਤੇ ਤਤ ਬੇਤੇ ਮਹਾਤਮਾ ਦੇ ਸੰਵਾਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਏਕ ਨਾ ਭਰੀਆ ਗੁਣ ਕਹਿ ਧੋਵਾ। ਹੇ ਭਾਈ, ਪਰਮੇਸ਼ਰ ਅੱਗੇ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਪ੍ਰਭੂ, ਮੇਰੀ ਦੇਹੀ ਕੋਈ ਇੱਕ ਔਗਣ ਕਰਕੇ ਨਹੀਂ ਭਰੀ ਹੋਈ ਕਿ ਇੱਕ ਅੱਧੇ ਗੁਣ ਉਪਕਾਰ ਕਰਕੇ ਧੋ ਲਈਏ। ਭਾਵ ਸਾਡੇ ਵਿੱਚ ਬੇਅੰਤ ਔਗਣ ਹਨ ਜੋ ਇੱਕ ਅੱਧੇ ਗੁਣ ਨਾਲ ਧੋਤੀ ਨਹੀਂ ਜਾਂਦੀ। ਭਾਵ ਸਾਡਾ ਪਤੀ ਅਕਾਲ ਪੁਰਖ ਤਾਂ ਸਦਾ ਹੀ ਜਾਗਦਾ ਹੈ। ਮੇਰਾ ਸਹੁ ਜਾਗੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੇਰਾ ਸਾਡਾ ਸਹੁ ਪਤੀ ਅਕਾਲ ਪੁਰਖ ਤਾਂ ਹਮੇਸ਼ਾ ਹੀ ਸਦਾ ਹੀ ਜਾਗਦਾ ਪਿਆ ਹੈ। ਪਰੰਤੂ ਹਉ ਨਿਸਭਰ ਸੋਵਾਂ। ਹਉ ਮੈਂ ਅਵਿਦਿਆ ਰੂਪੀ ਰਾਤ ਵਿੱਚ, ਮਨ ਬੁੱਧ ਰੂਪੀ ਨੇਤਰਾਂ ਵਿੱਚ ਨੀਂਦ ਭਰ ਕੇ ਸੁੱਤੀ ਹੋਈ ਹਾਂ। ਅਵਸਥਾ ਰੂਪੀ ਰਾਤ ਵਿੱਚ ਸਾਡੀ ਬੁੱਧੀ ਪਦਾਰਥਾਂ ਦੇ ਮੋਹ ਵਿੱਚ ਸੁੱਤੀ ਹੋਈ ਹੈ। ਇਉਂ ਕਿਉਂ ਕੰਤ ਪਿਆਰੀ ਹੋਵਾਂ। ਹੇ ਮਹਾਰਾਜ, ਹੇ ਮਹਾਤਮਾ ਰੂਪੀ ਸਖੀਓ, ਇਉਂ ਇਸ ਪ੍ਰਕਾਰ ਕਿਵੇਂ ਪਤੀ ਅਕਾਲ ਪੁਰਖ ਨੂੰ ਪਿਆਰੀ ਹੋ ਸਕਦੀ ਹਾਂ। ਮੇਰਾ ਸਹੁ ਪਤੀ ਅਕਾਲ ਪੁਰਖ ਸਦਾ ਹੀ ਜਾਗਦਾ ਪਿਆ ਹੈ। ਪਰੰਤੂ ਸਹੁ ਜਾਗੈ ਹਉ ਨਿਸ ਭਰ ਸੋਵਾਂ। ਪਰੰਤੂ ਮੈਂ ਅਵਿਦਿਆ ਰੂਪੀ ਨਿਸ ਰਾਤ ਵਿੱਚ, ਮਨ ਬੁੱਧ ਰੂਪੀ ਨੇਤਰਾਂ ਅੰਦਰ ਪਦਾਰਥਾਂ ਦੀ ਇੱਛਾ ਰੂਪੀ ਨੀਂਦ ਭਰ ਕੇ ਸੁੱਤੀ ਪਈ ਹਾਂ। ਰਹਾਉ ਆਸ ਪਿਆਸੀ ਸੇਜੈ ਆਵਾ। ਕਿ ਹੁਣ ਜਗਿਆਸੂ ਪੁਰਸ਼ ਦੀ ਅਵਸਥਾ ਕਥਨ ਕਰਦੇ ਹਨ। ਜਗਿਆਸੂ ਰੂਪੀ ਇਸਤਰੀ ਮਹਾਤਮਾ ਤਤ ਬੇਤਿਆਂ ਅੱਗੇ ਬੇਨਤੀ ਕਰਦੀ ਹੈ ਕਿ ਹੇ ਮਹਾਤਮਾ ਰੂਪੀ ਸਖੀਓ, ਮੈਂ ਸੁਣਿਆ ਹੈ ਕਿ ਪਤੀ ਪਰਮਾਤਮਾ ਅੰਤਰਮੁਖ ਬਿਰਤੀ ਹੋਣ ਤੇ ਅੰਤਸਕਰਨ ਰੂਪੀ ਸੇਜਾਂ ਵਿੱਚ ਆਉਂਦਾ ਹੈ ਤੇ ਸਾਡੀ ਬਿਰਤੀ ਇਸੇ ਆਸ ਉਮੀਦ ਵਿੱਚ ਚਾਹਵਾਨ ਹੋ ਰਹੀ ਹੈ। ਪਰੰਤੂ ਇਹ ਸ਼ੰਕਾ ਵੀ ਹੈ ਕਿ ਆਗੈ ਸਹਿ ਭਾਵਾ ਕਿ ਨਾ ਭਾਵਾ। ਕਿ ਇਹ ਸ਼ੰਕਾ ਵੀ ਹੈ ਕਿ ਆਗੈ ਅੱਗੇ ਪਤੀ ਪਰਮਾਤਮਾ ਨੂੰ ਭਾਵਾ ਚੰਗੀ ਲੱਗਾਂਗੀ ਜਾਂ ਨਹੀਂ ਚੰਗੀ ਲੱਗਾਂਗੀ। ਕਿਉਂਕਿ ਜਿਸ ਪ੍ਰਕਾਰ ਤੁਹਾਡੀ ਮਹਾਤਮਾ ਦੀ ਪਰਮੇਸ਼ਰ ਉੱਪਰ ਸਰਧਾ ਹੈ, ਭਾਵ ਤੁਸੀਂ ਉਸ ਨੂੰ ਰੋਮ ਰੋਮ ਵਿੱਚ ਵੇਖਦੇ ਹੋ ਤੇ ਮੈਂ ਥੋੜ੍ਹਾ ਵੀ ਚੇਤੇ ਨਹੀਂ ਕਰਦੀ। ਦੂਸਰਾ, ਮੇਰੇ ਵਿੱਚ ਔਗਣ ਬਹੁਤੇ ਭਰੇ ਹੋਏ ਹਨ। ਕਿਆ ਜਾਨਾ ਕਿਆ ਹੋਏਗਾ ਰੀ ਮਾਈ।
ਰੀ ਮਾਈ हे ਮਾਤਾ ਪਿਤਾ ਦੀ ਨਿਆਈ ਮਹਾਤਮਾ ਰੂਪ ਸਖੀਓ, ਮੈਂ ਕੀ ਜਾਣਨਾ ਕਰਾਂ ਕਿ ਮੇਰਾ ਕੀ ਹਾਲ ਹੋਵੇਗਾ। ਪਰੰਤੂ ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਪਰੰਤੂ ਹਰੀ ਪਰਮੇਸ਼ਰ ਦੇ ਦਰਸ਼ਨ ਦੀਦਾਰ ਕੀਤੇ ਤੋਂ ਬਗੈਰ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ। ਰਹਾਓ। ਮਹਾਰਾਜ ਜੀ ਕਹਿਣ ਲੱਗੇ ਅੱਗੇ ਗੁਰਬਾਣੀ ਦੁਆਰਾ, ਪ੍ਰੇਮ ਨਾ ਚਾਖਿਆ ਮੇਰੀ ਤਿਸ, ਪ੍ਰੇਮ ਨਾ ਚਾਖਿਆ ਤ੍ਰਿਸ਼ਨ ਬੁਝਾਈ, ਤਿਸ ਨਾ ਬੁਝਾਈ, ਤਿਸ ਨਾ ਬੁਝਾਈ, ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਈ। ਮਹਾਤਮਾ ਰੂਪੀ ਸਖੀਆਂ ਨੇ ਪੁੱਛਿਆ ਕਿ ਪਛਤਾਵਾ ਇਉਂ ਕਰਦੀ ਹੈ। ਤਾਂ ਜਗਿਆਸੂ ਰੂਪੀ ਇਸਤਰੀ ਕਹਿੰਦੀ ਹੈ ਕਿ ਮਹਾਰਾਜ, ਮੈਂ ਪਿਆਰੇ ਦਾ ਰਸ ਨਹੀਂ ਚਖਣਾ ਕੀਤਾ, ਭਾਵ ਧਾਰਿਆ ਨਹੀਂ, ਜਿਸ ਕਰਕੇ ਮੇਰੀ ਤਿਸ ਨਾ ਬੁਝਾਈ, ਜਿਸ ਕਰਕੇ ਮੇਰੀ ਪਦਾਰਥਾਂ ਤੇ ਰਸਾਂ ਕਸਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ, ਭਾਵ ਨਿਵਰਤ ਨਹੀਂ ਹੁੰਦੀ। ਗਿਆ ਸੋ ਜੋਬਨ ਧਨ ਪਛਤਾਣੀ, ਕਿ ਸ੍ਰੇਸ਼ਟ ਜੋਬਨ ਜਵਾਨੀ ਸ਼ੌਕ ਅਵਸਥਾ ਦਾ ਸਮਾਂ ਚਲਿਆ ਗਿਆ ਹੈ। ਇਸ ਕਰਕੇ ਮੇਰੀ ਅਭਾਸ ਬਿਰਤੀ ਰੂਪੀ ਜਿੰਦ ਪਛਤਾਵਾ ਕਰਦੀ ਹੈ। ਅਜੈ ਸੋ ਜਾਗੋ ਆਸ ਪਿਆਸੀ, ਅਜੈ ਹੁਣ ਤੱਕ ਤਾਂ ਸ੍ਰੇਸ਼ਟ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਉਮੀਦ ਸੀ ਕਿ ਪ੍ਰਾਪਤੀ ਦੀ ਤਿਹਾਈ ਹੋਣ ਕਰਕੇ ਜਾਗ ਰਹੀ ਹਾਂ। ਮੇਰੀ ਬਿਰਤੀ ਪਦਾਰਥਾਂ ਦੀ ਪ੍ਰਾਪਤੀ ਰੂਪੀ ਇੱਛਾ ਤੋਂ ਉਦਾਸੀ ਉਪਰਾਮ ਹੋ ਗਈ ਹੈ। ਪਰੰਤੂ ਭਈ ਲੈ ਉਦਾਸੀ ਰਹੋ ਨਿਰਾਸੀ, ਕਿ ਮੇਰੀ ਬਿਰਤੀ ਪਦਾਰਥਾਂ ਦੀ ਪ੍ਰਾਪਤੀ ਰੂਪੀ ਇੱਛਾ ਤੋਂ ਉਦਾਸੀ ਉਪਰਾਮ ਹੋ ਗਈ ਹੈ। ਪਰੰਤੂ ਪਰਮੇਸ਼ਰ ਦੇ ਦਰਸ਼ਨਾਂ ਨਾ ਹੋਣ ਕਰਕੇ ਨਿਰਾਸੀ ਨਿਰਾਸ਼ਤਾ ਦੇ ਸਹਿਤ ਰਹਿੰਦੀ ਹਾਂ। ਰਹਾਓ। ਅੱਗੇ ਵਿਸ਼ਰਾਮ ਦੇ ਕੇ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ। ਅੱਗੇ ਮਹਾਤਮਾ ਤਤ ਬੇਤਿਆਂ ਰੂਪੀ ਸਖੀਆਂ ਜਗਿਆਸੂ ਰੂਪੀ ਇਸਤਰੀ ਨੂੰ ਸਮਝਾਉਂਦੀਆਂ ਹੋਈਆਂ ਕਹਿੰਦੀਆਂ ਹਨ, ਹਉਮੈ ਖੋਏ ਕਰੇ ਸ਼ਿਗਾਰ, ਤੋ ਕਾਮਣ ਸੇਜੈ ਰਵੈ ਪਧਾਰ। ਕਹਿਣ ਲੱਗੇ ਹੇ ਸਖੀਓ, ਜੇਕਰ ਆਪਣੀ ਦੇਹ ਦੇ ਅੰਦਰੋਂ ਗੁਣਾਂ ਦਾ, ਵਿਦਿਆ ਦਾ, ਪਦਾਰਥਾਂ ਆਦਿਕ ਦਾ ਜਿਹੜਾ ਹੰਕਾਰ ਹੈ, ਹੰਕਤਾ ਮਮਤਾ ਹੈ, ਉਸ ਨੂੰ ਖੋ ਦੇਵੋ, ਭਾਵ ਨਿਵਰਤ ਕਰਨ ਰੂਪ ਸ਼ਿਗਾਰ ਦੇ ਸਹਿਤ ਹੋਣਾ ਕਰੋਗੀਆਂ। ਤੋ ਕਾਮਣ ਸੇਜੈ ਰਵੈ ਪਧਾਰ, ਤਾਂ ਜਗਿਆਸੂ ਰੂਪੀ ਕਾਮਣ ਇਸਤਰੀਏ ਤਾਦ ਤੇਰੀ ਅਭਾਸ ਬਿਰਤੀ ਅੰਤ ਸਕਰਨ ਹਿਰਦੇ ਰੂਪੀ ਸੇਜਾਂ ਉੱਤੇ ਸਾਖੀ ਚੇਤਨ ਰੂਪੀ ਪਧਾਰ ਪਤੀ ਪਰਮੇਸ਼ਰ ਦੇ ਆਨੰਦ ਤਾਈ ਮਾਨਣਾ ਕਰੋਗੀਆਂ। ਤੋ ਨਾਨਕ ਕੰਤੈ ਮਨ ਭਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਤੋ ਤਦ ਪਰਮੇਸ਼ਰ ਰੂਪੀ ਪਤੀ ਦੇ ਚਿੱਤ ਵਿੱਚ ਭਾ ਸਕਦੀ ਹੈ ਅਤੇ ਦੁਨੀਆ ਦੁਆਰਾ ਪ੍ਰਾਪਤ ਹੋਣੀ ਵਡਿਆਈ ਦੀ ਇੱਛਾ ਨੂੰ ਛੱਡ ਕਰਕੇ ਆਪਣੇ ਖਸਮ ਮਾਲਕ ਪਰਮੇਸ਼ਰ ਵਿੱਚ ਸਮਾ ਜਾਏਗੀ, ਜੇ ਤੂੰ ਪਰਮੇਸ਼ਰ ਨੂੰ ਚਿੱਤ ਦੇ ਵਿੱਚ ਵਸਾ ਕੇ ਰੱਖੇਂਗੀ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਗੁਰਬਾਣੀ ਦੁਆਰਾ ਉਪਦੇਸ਼ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ ਆਓ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ